ਸਤਿ ਸ਼੍ਰੀ ਅਕਾਲ, ਮੈਂ ਹਾਂ ਮਾਧਵੀ ਗੁਪਤਾ ਤੇ ਰੈਸਟੋਰੈਂਟ ਰਿਵਿਊ ਵਿੱਚ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਬਨਾਰਸ। ਜੀ ਹਾਂ, ਬਨਾਰਸ ਆਥੈਂਟਿਕ ਇੰਡੀਅਨ ਕੁਜ਼ੀਨ ਹੈਗੀ ਹੈ। ਮੈਨਹੈਟਨ ਦੇ ਵਿੱਚ ਹੈ ਰੈਸਟੋਰੈਂਟ ਔਨ 56th ਸਟਰੀਟ ਬਿਟਵੀਨ 7th ਐਂਡ 8th ਐਵੇਨਿਊ। ਬਹੁਤ ਸੌਖਾ ਹੈ ਇੱਥੇ ਪਹੁੰਚਣਾ। Train station is right across at 7th Avenue and 57th Street and ਇੱਥੇ ਪਹੁੰਚਣਾ ਬਹੁਤ ਹੀ ਸੌਖਾ ਹੈ। ਤੁਸੀਂ ਕੈਬ ਲੈ ਕੇ ਵੀ ਆ ਸਕਦੇ ਹੋ which is famous. Yes, New York City is famous for its taxis. ਬਨਾਰਸ authentic Indian cuisine ਦੇ ਬਾਰੇ ਅਸੀਂ ਕਾਫੀ ਸੁਣਿਆ ਸੀ। ਇਹ ਰੈਸਟੋਰੈਂਟ ਖੁੱਲਿਆ ਫੈਬਰੂਰੀ ਦੇ ਵਿੱਚ, so it's not very old. Let's check out ਬਨਾਰਸ। ਜੇ ਅਸੀਂ ਐਂਬੀਅੰਸ ਦੀ ਗੱਲ ਕਰਦੇ ਹਾਂ ਬਨਾਰਸ ਦੀ, ਤੇ ਇੱਥੇ ਕਾਫੀ ਸਿੰਪਲ ਐਂਬੀਅੰਸ ਹੈਗੀ ਹੈ, ਬਟ ਐਟ ਦ ਸੇਮ ਟਾਈਮ ਇਟਸ ਡਨ ਵਿਦ ਅ ਲੋਟ ਆਫ ਟੇਸਟ, ਕਿਉਂਕਿ ਇੱਥੇ ਗੋਲਡ ਤੇ ਬਰਾਊਨ ਦੇ ਹਿਊਜ਼ ਯੂਜ਼ ਕੀਤੇ ਗਏ ਨੇ। ਐਜ਼ ਯੂ ਕੈਨ ਸੀ ਇਨ ਦ ਚੇਅਰ ਦੇ ਗੋਲਡਨ ਐਂਡ ਬਰਾਊਨ, ਆਲਸੋ ਬਰਾਊਨ ਵੁਡਨ ਟੇਬਲਸ ਨੇ। ਦੇ ਹੈਵ ਐਨ ਐਕਸਪੋਜ਼ਡ ਬ੍ਰਿਕ ਵਾਲ। ਆਲਸੋ ਇੱਕ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਸਟੈਂਡ ਆਊਟ ਕਰਦੀ ਹੈ ਐਂਬੀਅੰਸ ਦੇ ਵਿੱਚ, ਉਹ ਹੈ ਇਹਦਾ ਸ਼ੈਂਡਲੀਅਰ। ਇੱਕ ਬੜਾ ਹੀ ਕਲਰਫੁਲ ਜਿਹਾ ਸ਼ੈਂਡਲੀਅਰ ਹੈ ਰਾਈਟ ਇਨ ਦ ਮਿਡਲ ਆਫ ਦ ਰੈਸਟੋਰੈਂਟ, ਇਨ ਦੈਟ ਐਕਟਸ ਐਜ਼ ਦ ਫੋਕਲ ਪੁਆਇੰਟ ਐਜ਼ ਸੂਨ ਐਜ਼ ਯੂ ਐਂਟਰ ਦਿਸ ਰੈਸਟੋਰੈਂਟ। ਆਲਸੋ ਦ ਫੈਕਟ ਕਿ ਇਹਨਾਂ ਨੇ ਸਾਰੀ ਟੇਬਲਸ 'ਤੇ ਕੈਂਡਲਸ ਰੱਖੀਆਂ ਹੋਈਆਂ ਨੇ। ਇਟ ਇਜ਼ ਅਮੇਜ਼ਿੰਗ ਟੂ ਸੀ ਕੈਂਡਲਸ ਔਨ ਐਵਰੀ ਟੇਬਲ, ਗਿਵਜ਼ ਇਟ ਅ ਵੈਰੀ ਰੋਇਲ ਫੀਲਿੰਗ। ਐਟ ਦ ਸੇਮ ਟਾਈਮ, ਜਿਸ ਤਰ੍ਹਾਂ ਮੈਂ ਕਿਹਾ, ਇੱਕ ਫੁੱਲ ਬਾਰ ਹੈਗਾ ਹੈ and it's well equipped with all that you need in a bar. The restaurant has a seating capacity of 70 people and ਜੇ ਤੁਸੀਂ ਕੋਈ ਵੀ events host ਕਰਨਾ ਚਾਹੁੰਦੇ ਹੋ, they are open to that. ਤੇ 70 ਲੋਕੀ ਆਰਾਮ ਨਾਲ ਫਿਟ ਹੋ ਸਕਦੇ ਹੈ। In fact, if I look around, I can see so much space that I think you can fit more people in it. But of course, ਜੇ ਤੁਸੀਂ norms ਦੀ ਗੱਲ ਕਰੋ and limit ਜਿਹੜੀ ਹੈ ਉਹ 70 ਲੋਕੀ ਤੁਸੀਂ ਇਸ ਰੈਸਟੋਰੈਂਟ ਦੇ ਵਿੱਚ ਹੋਸਟ ਕਰ ਸਕਦੇ ਹੋ, ਕੋਈ ਵੀ ਪਾਰਟੀ 70 ਲੋਕਾਂ ਦੇ ਲਈ। And well, as I said, ambience, I love the beautiful chandelier that they have. It just acts like a great focal point for the restaurant. ਤੇ ਮੇਰਾ ਖਾਣਾ ਆ ਗਿਆ ਐਂਡ ਐਜ਼ ਯੂ ਕੈਨ ਸੀ ਪੂਰੀ ਟੇਬਲ ਭਰ ਗਈ ਹੈ। ਮੇਰੇ ਨਾਲ ਨੇ ਸ਼ੈਫ ਸੁਰਜੀਤ ਸਿੰਘ ਐਂਡ ਉਹਨਾਂ ਕੋਲੋਂ ਹੀ ਪੁੱਛਦੇ ਹਾਂ ਕਿ ਇਹ ਖਾਣਾ, ਇੰਨਾ ਸਾਰਾ ਖਾਣਾ, ਜਿਹੜੀ ਹੌਸਪਿਟੈਲਿਟੀ ਹੈ ਇਸ ਰੈਸਟੋਰੈਂਟ ਦੀ ਬਹੁਤ ਹੀ ਵਧੀਆ ਹੈ। ਤੇ ਇੰਨਾ ਸਾਰਾ ਖਾਣਾ ਤੁਸੀਂ ਮੇਰੇ ਸਾਹਮਣੇ ਰੱਖ ਦਿੱਤਾ ਹੈ, ਇੱਕ ਬੰਦੇ ਦਾ ਖਾਣਾ ਤਾਂ ਹੈ ਨਹੀਂ ਹੈ। ਤੇ ਮੈਨੂੰ ਦੱਸੋ ਕੀ ਕੀ ਹੈ ਇਸ ਟੇਬਲ 'ਤੇ? ਸਾਡੇ ਦੇ ਕੋਲ ਪਹਿਲੇ ਹੈਗਾ ਅਚਾਰੀ ਭਿੰਡੀ ਹੈ, ਇਹਨੂੰ ਅਸੀਂ ਇੰਡੀਅਨ ਟਚ ਦਿੱਤਾ ਜੇ, ਪੰਜਾਬੀ ਸਟਾਈਲ ਦਾ। ਤਾਂ ਇਹ ਕਰੀ ਪੱਤਾ ਵੀ ਪਾਇਆ ਜੇ, ਸਾਊਥ ਇੰਡੀਅਨ ਵੀ ਹੈ, ਪੰਜਾਬੀ ਸਟਾਈਲ ਦਾ ਆਪਣਾ ਮਸਟਰਡ ਸੀਡ, ਕਰੀ ਲੀਵਸ ਔਰ ਤੁਹਾਡਾ ਟੋਮੈਟੋ, ਫੈਨਲ ਸਭ ਪਾ ਕੇ ਨਾ ਸਭ ਟਾਈਪ ਦਾ ਟਚ ਦਿੱਤਾ ਇਹਨੂੰ ਨਾ ਅਸੀਂ। ਬਾਂ ਜੀ, ਤਾਂ ਇਹ ਖਾਣੇ 'ਚ ਸਵਾਦ ਲੱਗਿਆ, ਥੋੜ੍ਹਾ ਸਾਡੇ ਭੈਣ ਭਰਾਵਾਂ ਨੂੰ ਅੱਛਾ ਲੱਗਿਆ, ਇੱਕ ਵਾਰੀ ਖਾਣ ਦੁਬਾਰਾ ਫਿਰ ਆਉਣ ਉਹ। ਇਹ ਦੂਜੀ ਡਿਸ਼ ਹੈਗੀ ਸਾਡੇ ਮਿਰਚ ਬੈਂਗਣ ਦਾ ਸਾਲਨ। ਮਿਰਚੀ ਬੈਂਗਣ ਦਾ ਸਾਲਨ। ਇਹਦੇ ਵਿੱਚ ਨਾ ਜ਼ਿਆਦਾ ਬਟਰ ਹੈ ਨਾ ਜ਼ਿਆਦਾ ਆਇਲ ਹੈ, ਸਿਰਫ ਇਸ ਪੀਨਟ ਪਾਈ ਅਸੀਂ ਅਤੇ ਥੋੜ੍ਹੇ ਸਪੋਲ ਸਪਾਈਸਿਸ ਪਾਏ ਨੇ, ਚਿਲੀ ਪਾਈ ਇਹ 'ਚ। ਇਹਨੂੰ ਪੇਸਟ ਬਣਾਇਆ ਦਾ ਨਾ, ਇਹਨੂੰ ਥੋੜ੍ਹਾ ਓਵਨ 'ਚ ਰੋਸਟ ਕਰਕੇ ਨਾ ਪੇਸਟ ਬਣਾਇਆ, ਔਰ ਸਿਰਫ ਥੋੜ੍ਹਾ ਆਇਲ, ਜਿੰਜਰ ਗਾਰਲਿਕ ਪੇਸਟ ਔਰ ਥੋੜ੍ਹੇ ਪਾਊਡਰ ਪਾਏ ਨੇ, ਅਤੇ ਸਾਡੀ ਸੌਸ ਹੋ ਜਾਂਦੀ ਤਿਆਰ। ਉਸ ਤੋਂ ਬਾਅਦ ਬੈਂਗਣ, ਸਮੋਲ ਬੈਂਗਣ, ਰਾਊਂਡ ਬੈਂਗਣ ਨਾ ਫਰਾਈ ਕਰਕੇ ਉਹਨੂੰ ਸਿੱਧੇ ਸੌਸ 'ਚ ਪਾ ਕੇ ਥੋੜ੍ਹੀ ਦੇਰ ਕੁੱਕ ਕਰੋ। ਇਹ ਚਿੱਲੀ ਹੈਗੀ ਉੱਪਰ ਇੱਕ ਗਾਰਨਿਸ਼ ਵਾਸਤੇ। ਚਿੱਲੀ ਨਾ ਬੜੀ ਖਤਰਨਾਕ ਲੱਗ ਰਹੀ ਹੈ ਮੈਨੂੰ। ਖਤਰਨਾਕ ਨਹੀਂ ਹੈ, ਇਸ ਚਿੱਲੀ ਇੰਨੀ ਸਪਾਈਸੀ ਨਹੀਂ ਹੈ, ਇਹਦੇ ਅੰਦਰ ਪੀਨਟ ਦਾ ਅਸੀਂ ਉੱਪਰ ਹੈ ਪੇਸਟ ਬਣਾ ਕੇ ਨਾ ਅੰਦਰ। ਇਹ ਰੋਸਟਡ ਚਿੱਲੀ ਹੈ, ਸਿਰਫ ਗਾਰਨਿਸ਼ ਹੈ, ਤੁਹਾਨੂੰ ਲੱਗਦੀ ਵੀ ਸਪਾਈਸੀ, ਪਰ ਸਪਾਈਸੀ ਨਹੀਂ ਹੈ। ਇਹ ਗਾਰਨਿਸ਼ ਉੱਪਰ, ਹਾਂਜੀ, ਬਟ ਇਸ ਨਾ ਜੀ ਇਹ ਸਪਾਈਸੀ ਨਹੀਂ ਹੈਗੀ। ਇਹਦਾ ਸਟਫਿੰਗ ਇਹਦੇ ਅੰਦਰ ਨਾ ਤੁਹਾਨੂੰ ਖੱਟੀ ਮਿੱਠੀ ਲੱਗੇਗੀ, ਪਰ ਸਪਾਈਸੀ ਨਹੀਂ ਹੈ। ਦੂਜੀ ਡਿਸ਼ ਹੈਗੀ ਸਾਡੇ ਚਿਕਨ ਟਿੱਕਾ। ਚਿਕਨ ਟਿੱਕਾ ਪੰਜਾਬੀਆਂ ਦਾ ਫੇਵਰੇਟ,
ਬਟ ਇਹਨੂੰ ਅਸੀਂ ਥੋੜਾ ਹੈਲਦੀ ਬਣਾਇਆ ਹੈ। ਅੱਛਾ ਕੋਈ ਮੋਸਟਲੀ ਰੈਸਟੋਰੈਂਟ ਵਾਲੇ ਕਹਿੰਦੇ ਬਟਰ ਬੁਟਰ ਜ਼ਿਆਦਾ ਪਾਉਂਦੇ ਨੇ, ਮਸਾਲੇ ਜ਼ਿਆਦਾ ਪਾਉਂਦੇ ਨੇ, ਤਾਂ ਕਿ ਖਾਣ ਵਿੱਚ ਅੱਜ ਕੱਲ੍ਹ ਇਹਨਾਂ ਬਟਰ ਲੋਕੀ ਨਹੀਂ ਪਸੰਦ ਕਰਦੇ, ਤਾਂ ਅਸੀਂ ਲਾਈਟ ਮਸਾਲੇ ਪਾਏ ਨੇ, ਬਟਰ ਵੀ ਹੈ ਹੀ ਨਹੀਂ ਅੱਛੇ ਨਾ, ਤੇ ਅਸੀਂ ਹਲਕਾ ਨਾ ਬੈਂਗ ਯੋਗਰਟ ਪਾਇਆ ਇਸ ਨਾਲ, ਤਾਂ ਕਿ ਇਹਨੂੰ ਟੇਸਟ ਲੱਗੇ ਹਲਕਾ ਲੈਮਨ ਜੂਸ ਤੇ ਜਿੰਜਰ ਗਾਰਲਿਕ ਪੇਸਟ ਬਣਾ ਕੇ ਨਾ ਫਿਰ ਇਹਨੂੰ ਓਵਨ ਵਿੱਚ ਕੁੱਕ ਕਰੀਦਾ। ਸਮੋਸੇ ਤੇ ਮੇਰੇ ਪਰਸਨਲ ਫੇਵਰਿਟ ਨੇ, ਬਟ ਇਹ ਕੀ ਹੈ ਨਾਲ, ਕਿਉਂਕਿ ਸਮੋਸੇ ਦੇ ਨਾਲ ਜਿਹੜੀ ਪ੍ਰੈਜੈਂਟੇਸ਼ਨ ਬੜੀ ਵਧੀਆ ਹੈ। ਇਹ ਸਮੋਸੇ ਨਾਲ ਹੀ ਤਾਂ ਇਹ ਚੀਜ਼ ਦੇ ਦਈਏ ਤਾਂ ਕਿ ਇਕੱਲਾ ਕੋਈ ਸਮੋਸਾ ਨਾ ਖਾ ਪਾਏ, ਠੀਕ ਹੈ। ਸਮੋਸਾ ਖਾਏਗਾ ਉਹਨੂੰ ਅਲੱਗ ਟੇਸਟ ਲੱਗਦਾ, ਉਹਦੇ ਵਿੱਚ ਅਸੀਂ ਮਿਕਸ ਕੀਤਾ ਹੈ ਭੇਲਪੂਰੀ ਤੇ ਇਹ ਚਿੱਪੀ ਛੋਲੇ ਹੁੰਦੇ ਨੇ, ਛੋਲੇ, ਅਨੀਅਨ, ਟਮਾਟੋ, ਨਾਲੇ ਥੋੜ੍ਹੇ ਸਪਾਈਸਿਸ ਪਾਏ ਇਹਨਾਂ 'ਚ, ਤਾਂ ਕਿ ਉਹ ਸਮੋਸੇ ਨਾਲ ਖਾਏ ਤਾਂ ਥੋੜਾ ਸਵਾਦ ਲੱਗੇ, ਅਲੱਗ ਟੇਸਟ ਆਏਗਾ ਥੋੜਾ। ਨਾਲੇ ਸਾਡੀ ਸੌਸ ਥੋੜੀ ਡਿਫਰੈਂਟ ਹੈ ਨਾਲ ਨਾ ਦਿੱਤੀ ਹੈ, ਕੈਮਰੀਨ ਸੌਸ ਉੱਤੇ ਪਾਈ ਹੈ, ਥੋੜੀ ਮੈਂਗੋ ਟੇਸਟਿੰਗ ਨਾਲ ਸਾਡੀ ਖੱਟੀ ਮਿੱਠੀ ਸੌਸ ਹੈ, ਤਾਂ ਕਿ ਇੱਕ ਅਲੱਗ ਟੇਸਟ ਹੈ ਸਾਡੇ ਖਾਣੇ ਦਾ ਨਾ, ਇੱਕ ਅਲੱਗ ਟੇਸਟ ਹੈ, ਤਾਂ ਕਿ ਕੋਈ ਖਾਏ ਇਹ ਨਾ ਕਹੇਗਾ ਉੱਥੇ ਖਾਦੇ ਸੇਮ ਸੀ। ਇਸ ਵਾਰ ਅਸੀਂ ਸਪੈਸ਼ਲ ਮੈਨੂ ਦਾ ਬਣਾਇਆ ਤਾਂ ਇੱਕ ਵਾਰ ਖਾ ਕੇ ਬੰਦਾ ਦੂਜੀ ਜਗ੍ਹਾ ਜਾ ਕੇ ਇਹ ਨਾ ਕਹੇ ਕਿ ਇਹ ਚੀਜ਼ ਸੇਮ ਹੈ। ਬਿਲਕੁਲ, ਐਂਡ ਆਲਸੋ ਤੁਹਾਡੇ ਮੈਨੂ ਵਿੱਚ ਕਾਫੀ ਫਿਊਜ਼ਨ ਵੀ ਹੈ, ਜਿਸ ਤਰ੍ਹਾਂ ਮੈਂ ਦੇਖ ਰਹੀ ਹਾਂ ਇੱਥੇ ਜਿਹੜਾ ਇਹ ਹਾਂਜੀ ਬਟਰ ਅਸੀਂ ਕੁਛ ਨਹੀਂ ਪਾਇਆ, ਕਰੀਮ ਨੂੰ ਕੁਛ ਨਹੀਂ ਹੈ, ਸਿਰਫ ਥੋੜਾ ਨਾ ਸਾਵਰ ਕਰੀਮ ਹੈ, ਲੈਮਨ ਜੂਸ ਹੈ, ਤੇ ਜੂਲੀਅਨ ਚਿੱਲੀ ਤੇ ਕਾਰਡਮਮ ਪਾਊਡਰ ਸਭ। ਐਸਪੈਰਾਗਸ ਵੀ ਮੈਨੂੰ ਲੱਗ ਰਿਹਾ ਜੋ ਕਿ ਟ੍ਰੈਡੀਸ਼ਨਲੀ ਇੰਡੀਅਨ ਕੁਜ਼ੀਨ ਵਿੱਚ ਦੇਖਣ ਨੂੰ ਨਹੀਂ ਮਿਲਦਾ, ਪਰ ਅਸੀਂ ਥੋੜਾ ਹੈਲਦੀ ਕਰਨ ਵਾਸਤੇ ਉਹਨੂੰ ਦੇਖਿਆ ਕਿ ਗੋਰੇ ਲੋਕ ਮੋਸਟਲੀ ਖਾਂਦੇ ਨੇ ਸਭ ਨਾ, ਤਾਂ ਹੈਲਦੀ ਖਾਣਾ ਇਸ ਲਈ ਅਸੀਂ ਬਣਾਇਆ। ਪੋਟੈਟੋ ਵੀ ਦੇਖੋ ਫਰਾਈ ਕੀਤਾ, ਪਰ ਉਹਦਾ ਆਇਲ ਅਸੀਂ ਅੱਛੀ ਤਰ੍ਹਾਂ ਨਿਕਾਲਤਾ ਉਹਨੂੰ, ਉਹਦੇ ਉੱਪਰ ਗਾਰਨਿਸ਼ ਸੈਲਡ ਦਿੱਤਾ ਹੈ ਥੋੜਾ ਨਾ। ਅੱਛਾ, ਮੈਨੂੰ ਲੱਗ ਰਿਹਾ ਸੀ ਇਹ ਬੇਕਡ ਪੋਟੈਟੋ ਹੈ। ਇਹ ਫਰਾਈਡ ਹੈ, ਪਰ ਇਹਦਾ ਆਇਲ ਅੱਛੀ ਤਰ੍ਹਾਂ ਕੱਟਦਾ ਹੈ। ਅਸੀਂ ਜੋ ਵੀ ਸਮਾਨ ਦੇਣਾ, ਸਮੋਸੇ ਵੀ ਦੇਣੇ, ਇਹਦਾ ਆਇਲ ਅੱਛੀ ਤਰ੍ਹਾਂ ਨਿਕਾਲ ਲਈਦਾ ਸੀ, ਤਾਂ ਕਿ ਕਿਸੇ ਨੂੰ ਆਇਲ ਨਾ ਆਏ ਹੱਥ। ਭੇਲਪੂਰੀ ਹੈ, ਭੇਲਪੂਰੀ ਜੀ ਐਕਚੁਅਲੀ ਜਿਹੜਾ ਆਪਣੀ ਜੋ ਬੰਬੇ ਸਟਾਈਲ ਦੀ ਹੈ ਭੇਲਪੂਰੀ, ਇਹ 'ਚ ਅਸੀਂ ਚੌਪ ਚਿੱਲੀ, ਚੌਪ ਜਿੰਜਰ, ਅਨੀਅਨ, ਸਿਲੰਤਰੋ, चाट मसाला, रेड चिली पाउडर, थोड़ा पेपरिका पाउडर सब पा के, थोड़ा टैमरिन चटनी, थोड़ा योगर्ट ते थोड़ी टैमरिन चटनी सब पा के सॉटे करके ਉਹਦੇ ਵਿੱਚ ਮੋਲਡਸ ਪਾ ਕੇ ਲਾ ਦਿੱਤਾ। ਤੇ ਸ਼ੈਫ ਇੱਕ ਚੀਜ਼ ਬੜੀ ਵਧੀਆ ਕੀਤੀ ਤੁਸੀਂ, ਐਂਡ ਥੈਂਕ ਯੂ ਫॉर दैट ਕਿ ਕਾਫੀ ਸਾਰੀ ਚੀਜ਼ਾਂ ਦੀ ਤੁਸੀਂ ਜਿਹੜੇ ਇਨਗਰੀਡੀਐਂਟਸ ਦੱਸੇ ਨੇ ਨਾ, ਉਹ ਬੜੇ ਵਧੀਆ ਚੀਜ਼ ਕੀਤੀ ਹੈ ਤੁਸੀਂ ਕਿ ਕਾਫੀ ਵਾਰੀ ਹੁੰਦਾ ਹੈ ਕਿ ਅਸੀਂ ਬੜਾ ਸਵਾਦਿਸ਼ਟ ਖਾਣਾ ਖਾਂਦੇ ਹਾਂ, ਬਟ ਉਹਦੇ ਪਿੱਛੇ ਜੋ ਇਨਗਰੀਡੀਐਂਟਸ ਹੁੰਦੇ ਨੇ ਉਹ ਸਾਨੂੰ ਪਤਾ ਨਹੀਂ ਚੱਲਦੇ, ਬਟ ਥੈਂਕ ਯੂ ਫॉर शेयरिंग द इंग्रेडिएंट्स विद अस। तो एक चीज़ देखी नहीं, कई जगह खाना खाओ ना बहुत हैवी लगता है, ठीक है, तुम साड़ा खाना खाओ तो बिल्कुल हैवी नहीं लगेगा, क्योंकि इस मसाले ज़्यादा यूज़ करते ही नहीं असी, बिल्कुल लाइट मसाले ने। इंडिया होट रेस्टोरेंट है, मसाले कुट देना अपना, मसाले हैवी कर देने खाने में, तुम खा के तो स्वाद तो लगता, बट घर जाके पकाना अजीब लगता, बहुत हैवीपन लगता। साढ़े खाने बिल्कुल नहीं है, साढ़े सॉसां तो बिल्कुल बहुत घट पाई, असी बिल्कुल पाते ही नहीं, बिल्कुल जिन्नी चाहिए पोर्शन कंट्रोल है साडा, जिन्ना चाहिए उन्ना ही देना, फालतू ना वेस्ट। गैस पूरा नहीं खाएगा तो उन्होंने अच्छा लगेगा खाना, भावें खाना कितना ही स्वाद हो, मैं पूरा खाना दे दाँगा, तुम नहीं खाओगे ना सानू लगे पता क्यों नहीं खाता, पर जिन्ना पोर्शन कंट्रोल करके दाँगा तुम अच्छा लगेगा, सानू अच्छा लगेगा, गैस ने पूरा खा लिया। ਹੁਣ ਕੀ ਹੋ ਰਿਹਾ ਮੈਂ ਦੱਸਦੀ ਹਾਂ ਤੁਹਾਨੂੰ ਕਿ ਮੈਂ ਸਾਹਮਣੇ ਬੈਠੀ ਹਾਂ, ਖਾਣਾ ਮੇਰੇ ਸਾਹਮਣੇ ਹੈ, ਐਂਡ ਮੈਂ ਇੰਨੇ ਤੁਹਾਡੇ ਤੋਂ ਪੂਰੀ ਡਿਟੇਲ ਵਿੱਚ ਸੁਣ ਰਹੀ ਹਾਂ ਕਿ ਕੀ ਇਨਗਰੀਡੀਐਂਟਸ ਜਾ ਰਹੇ ਨੇ, ਮੇਰੇ ਮੂੰਹ ਵਿੱਚ ਪਾਣੀ ਆ ਰਿਹਾ, ਐਂਡ ਆਈ ਰੀਅਲੀ ਕੈਨ ਨਾਟ ਕੰਟਰੋਲ ਮਾਈ ਸੈਲਫ, ਸੋ ਇਫ ਯੂ ਡੋਂਟ ਮਾਈਂਡ ਮੈਂ ਟਰਾਈ ਵੀ ਕਰਦੀ ਹਾਂ ਸਾਥ, ਐਂਡ ਤੁਸੀਂ ਜੇ ਮੈਨੂੰ ਹੋਰ ਦੱਸੋ ਕਿ ਇੱਥੇ ਇਹ ਸਾਰੀ ਡਿਸ਼ਿਜ਼ ਨੇ, ਹੋਰ ਕੀ ਪਪੂਲਰ ਡਿਸ਼ਿਜ਼ ਨੇ ਮੈਨੂ ਦੇ ਵਿੱਚ? ਹੋਰ ਹੈਗੇ ਬੈਂਗਣੀ ਮਾਛ ਹੈਗਾ, ਬੈਂਗਣੀ ਮਾਛ ਉਹਨੂੰ ਸਪੈਸ਼ਲ ਅਸੀਂ ਫਿਊਜ਼ਨ ਕਰਕੇ ਉਹਨੂੰ ਬਣਾਇਆ, ਉਹ ਸਭ ਸਾਰੇ ਟਚ ਦਿੱਤੇ ਨੇ। ਉਹ ਓਵਨ 'ਚ ਪਹਿਲੇ ਉਹਨੂੰ ਫਿਸ਼ ਨੂੰ ਅਸੀਂ ਚਾਰਕੋਲ ਓਵਨ 'ਚ ਰੋਸਟ ਕਰਦੇ ਹਾਂ ਉਹਨੂੰ ਅਸੀਂ, ਠੀਕ ਹੈ। ਉਸ ਤੋਂ ਬਾਅਦ ਉਸੀ ਕਿ ਓਵਨ ਰੋਸਟ ਹੋ ਗਿਆ, ਉਹ ਸਾਡੇ ਕੋਲ ਜਾਂਦੀ ਕਰੀ ਸੈਕਸ਼ਨ ਵਿੱਚ, ਕਰੀ ਸੈਕਸ਼ਨ ਜਾਏਗੀ, ਫਿਰ ਅਸੀਂ ਉਹਦੀ ਟੋਮੈਟੋ ਸੌਸ ਚਿੱਲੀ ਨਾਲ ਸੌਸ ਬਣਾਈ ਦੀ, ਉਹਦੀ ਖੱਟੀ ਮਿੱਠੀ ਸੌਸ ਨਾਲ ਥੱਲੇ ਬੈਂਗਨ ਫਰਾਈ ਕਰਕੇ ਨਾ, ਉਹਦੀ ਚਿੱਲੀ ਫਲੈਗ ਲਗਾ ਕੇ ਰਾਊਂਡ ਕਰਕੇ ਨਾ ਬੈਂਗਨ ਨੂੰ ਚਿੱਲੀ ਫਲੈਗ ਸੌਲਟ ਪੈਪਰ ਲਗਾ ਕੇ ਤੇ ਥੋੜਾ ਬੈਟਰ ਫਰਾਈ ਕਰੀਦਾ, ਬਿਲਕੁਲ ਥਿਨ ਸਲਾਈਸ नहीं कचरी होता है, वो जी है कचरी, एक टाइप का टेंडराइज है, कचरी होता है टेंडराइज, पर दूसरी चीज़ है। एक प्लांट थले लगा के और ऊपर फिश रखी थी ऐसे, और ऊपर टमाटो सॉस बनाई थी ना, वो सब सारी पाई दी टमाटो सॉस, और बिल्कुल है ना पोर्शन कंट्रोल है, छोटा पोर्शन है, पता नहीं थोड़ा खा के तो बड़ा मज़ा आएगा, अच्छा भी लगता खा के ना, वही फेमस है। So next time I come I know what to try, but thank you so much Chef Surjit, ਤੁਸੀਂ ਮੈਨੂੰ ਜੁਆਇਨ ਕੀਤਾ, ਇੰਨੀ ਜ਼ਿਆਦਾ ਵਧੀਆ ਡਿਸਕ੍ਰਿਪਸ਼ਨ ਦਿੱਤੀ, ਐਂਡ ਇਹ ਮੈਂ ਖਾਇਆ ਵੀ ਹੈ ਚਿਕਨ ਟਿੱਕਾ, ਇਟਸ ਅਮੇਜ਼ਿੰਗ, ਜਿੰਨੀ ਹੁੰਦੀ ਹੈ ਨਾ ਸਪਾਈਸ ਲੈਵਲ ਜਿਹੜਾ ਹੈ ਬਿਲਕੁਲ ਪਰਫੈਕਟ ਹੈ। So I'm going to attack on the food now, and thank you so much for joining me.
ਸੋ ਹੁਣ ਮੈਂ ਆਪਣੇ ਐਪੇਟਾਈਜ਼ਰਸ ਨਾਲ ਸਟਾਰਟ ਕਰਦੀ ਹਾਂ ਐਂਡ ਸ਼ੈਫ ਨੇ ਬੜੀ ਹੀ ਵਧੀਆ ਡਿਸਕ੍ਰਿਪਸ਼ਨ ਦਿੱਤੀ ਕਿ ਕਿਸ ਤਰ੍ਹਾਂ ਇਹ ਪੂਰਾ ਪ੍ਰਿਪੇਅਰ ਕੀਤਾ ਗਿਆ ਹੈ। ਸੋ ਆਈ ਨੋ ਅ ਲੋਟ ਆਫ ਪੀਪਲ ਹੂ ਆਰ ਵਾਚਿੰਗ ਮੀ ਬਹੁਤ ਜ਼ਿਆਦਾ ਟੈਂਪਟ ਹੋ ਗਏ ਹੋਣੇ ਹੈ ਖਾਣਾ ਟਰਾਈ ਕਰਨ ਨੂੰ ਐਂਡ ਵੈਲ ਲੈਟ ਮੀ ਟਰਾਈ ਦ ਭੇਲ ਪੂਰੀ। ਯਮੀ। ਐਕਸਲੈਂਟ। ਬਹੁਤ ਜ਼ਿਆਦਾ ਇੰਡੀਅਨ ਰੈਸਟੋਰੈਂਟਸ ਤੇ ਭੇਲਪੂਰੀ ਅਵੇਲੇਬਲ ਹੁੰਦੀ ਹੈ ਐਂਡ ਮੈਂ ਕਾਫੀ ਵਾਰੀ ਰੈਸਟੋਰੈਂਟ ਰਿਵਿਊ ਦੇ ਜ਼ਰੀਏ ਤੁਹਾਨੂੰ ਕਾਫੀ ਐਪੇਟਾਈਜ਼ਰਸ ਵਿੱਚ ਭੇਲਪੂਰੀ ਸ਼ੋਕੇਸ ਵੀ ਕੀਤੀ ਹੈ ਬਟ ਇਸ ਰੈਸਟੋਰੈਂਟ ਦੀ ਭੇਲਪੂਰੀ ਆਈ ਕੈਨ ਸੇ ਦੈਟ ਇਟਸ ਵਨ ਆਫ ਦ ਬੈਸਟ ਆਈਵ ਟਰਾਈਡ ਕਿਉਂਕਿ ਜਿਹੜਾ ਸਪਾਈਸ ਲੈਵਲ ਹੈ ਉਹ ਇੱਕਦਮ ਪਰਫੈਕਟ ਹੈਗਾ ਹੈ ਐਂਡ ਜਿਹੜਾ ਫਲੇਵਰ ਹੈ ਜਿਹੜੀ ਮਿੱਠੀ ਚਟਨੀ ਦਾ ਜਾਂ ਜਿਹੜਾ ਧਨੀਆ ਦਾ ਫਲੇਵਰ ਆਉਂਦਾ ਹੈ ਉਹ ਬਹੁਤ ਹੀ ਵਧੀਆ ਹੈ ਇਹਦੇ ਵਿੱਚ ਐਂਡ ਆਈ ਲਵ ਦਿਸ ਭੇਲਪੂਰੀ ਦੈਟ ਇਜ਼ ਮੇਡ ਹੇਅਰ। ਇੱਕ ਚੀਜ਼ ਜੋ ਇਸ ਰੈਸਟੋਰੈਂਟ ਦੇ ਬਾਰੇ ਕਾਫੀ ਯੂਨੀਕ ਹੈ ਇਜ਼ ਦ ਪ੍ਰੈਜੈਂਟੇਸ਼ਨ। ਕਾਫੀ ਸੋਹਣੀ ਪ੍ਰੈਜੈਂਟੇਸ਼ਨ ਕੀਤੀ ਗਈ ਹੈ ਐਂਡ ਇਟਸ ਵੈਰੀ ਯੂਨੀਕ। ਆਲਸੋ ਸਮੋਸੇ ਦੇ ਨਾਲ ਜਿਸ ਤਰ੍ਹਾਂ ਸਰਵ ਕਰਦੇ ਨੇ ਇੱਕ ਚਾਟ ਕਿਸਮ ਦੀ ਹੈ ਆਲੂ ਨਾਲ ਹੀ ਨਾਲ ਚਿਕ ਪੀਸ ਐਂਡ ਆਲਸੋ ਇਟ ਹੈਜ਼ ਚਟਨੀਜ਼ ਇਨ ਇਟ। ਸੋ ਸਮੋਸੇ ਦੇ ਨਾਲ ਸਰਵ ਹੁੰਦੀ ਹੈ ਐਂਡ ਨਾਲ ਹੀ ਨਾਲ ਇਹ ਮੈਂਗੋ ਚਟਨੀ ਵੀ ਸਰਵ ਹੁੰਦੀ ਹੈ ਸਮੋਸੇ ਦੇ ਨਾਲ। ਸੋ ਆਮ ਗੋਇੰ ਟੂ ਟਰਾਈ ਦਿਸ ਆਊਟ। ਇਟ ਲੁਕਸ ਵੈਰੀ ਯੂਨੀਕ। goes very well with the samosa. I like it. नाल ही है अचारी भिंडी which looks delicious and काफ़ी ज़्यादा वधिया लग रही है क्योंकि ਜਿਹੜਾ ਇਹਦਾ ਮਸਾਲਾ ਹੈ ਉਹ ਕਾफ़ी ਸੋਹਣਾ ਲੱਗ ਰਿਹਾ ਹੈ। ਨਾਲ ਹੀ I have ਲਖਨਊਈ ਚਿਕਨ ਜਿਹਦੇ ਵਿੱਚ ਪਲਮ ਸੌਸ ਹੈਗੀ ਹੈ ਜਿਹਦੇ ਨਾਲ ਐਂਡ ਅਸਪੈਰਾਗਸ ਦੇ ਨਾਲ ਇਹਨੂੰ ਗਾਰਨਿਸ਼ ਵੀ ਕੀਤਾ ਗਿਆ ਹੈ। ਲੁਕਸ ਵੈਰੀ ਪ੍ਰੀਟੀ ਐਂਡ ਜਿਹੜਾ ਸਪੈਸ਼ਲੀ ਅਸਪੈਰਾਗਸ ਦਾ ਜਿਹੜਾ ਟੱਚ ਦਿੱਤਾ ਗਿਆ ਹੈ well it talks about fusion that they have in this restaurant ਤੇ ਸਭ ਤੋਂ ਪਹਿਲਾਂ ਟਰਾਈ ਕਰਦੀ ਹਾਂ ਮੈਂ ਚਿਕਨ। very nice, very soft, tender and ਜਦ ਮੈਂ ਕਹਿੰਦੀ ਹਾਂ tender it means fresh for me ਕਿਉਂਕਿ ਕਾਫੀ fresh ਲੱਗ ਰਿਹਾ ਹੈ and ਜਿਹੜੀ ਇਹ plum sauce ਹੈ it gives a very very unique flavor to the chicken and ਸਾਰਾ white meat ਹੈਗਾ ਹੈ। So all those people who are very particular or conscious about having only white meat, I think this is one restaurant which will serve you that. ਹੁਣ ਮੈਂ ਤੁਹਾਨੂੰ ਮਿਲਾਨ ਜਾ ਰਹੀ ਹਾਂ ਸ਼ੈਫ ਪੀਟਰ ਬੈਕ ਦੇ ਨਾਲ ਜੋ ਕਿ ਐਗਜ਼ੀਕਿਊਟਿਵ ਸ਼ੈਫ ਨੇ ਬਨਾਰਸ ਤੇ ਐਂਡ ਹੀ ਹੈਜ਼ ਲੋਡਸ ਆਫ ਐਕਸਪੀਰੀਅੰਸ ਬਿਹਾਈਂਡ ਹਿਮ। ਲੈਟਸ ਗੋ ਅਹੈਡ ਐਂਡ ਮੀਟ ਹਿਮ। ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਟੂ ਜਸਟ ਪੰਜਾਬੀ। ਸਤਿ ਸ਼੍ਰੀ ਅਕਾਲ ਜੀ। So Chef Peter, you have so many years of experience behind you. You have opened some of the most famous restaurants in New York City and अब आप बनारस के साथ एसोसिएट हो गए हो। सबसे पहले तो मुझे ये बताइए कि बनारस के साथ जो एसोसिएशन है हाउ लॉन्ग हैज़ इट बिन? हमने ये बनारस फरवरी में खोला ये साल में एंड बेसिकली जो हमने यहाँ पर कोशिश की है थोड़ा सा सी फूड में क्योंकि यहाँ पर जो हमारे इधर न्यूयॉर्क सिटी में है एंड वी आर लोकेटेड ऑन 56th and 8th which is very basically a tourist area plus very commercial. So what happens and the pre-theater lot of Broadway shows है आसपास में तो we get lot of tourist impact यहाँ पर मिलता है हमको प्लस हमारे इधर अमेरिकन्स के लिए भी हमने वो पैलेट डेवलप किया हुआ है यहाँ पर। So that is one of the reasons like in Banaras we are trying to emphasize because आप देखो तो आजकल लोग ज़्यादा हेल्दी खाना खाना चाहते हैं तो तंदूरी आइटम्स है जैसे हमने काफ़ी मच्छी की आइटम्स तंदूरी में डाली हैं जैसे कि एक आइटम है सी वास है बैगनी माछ बोलते हैं प्लस वी हैव लाइक जंबो श्रिम्प्स विद मैंगो सालसा मैंगो की चटनी के साथ में है तो और हमने काफ़ी एपेटाइजर्स में इम्प्रूवमेंट लाई है श्रिम्प में
और स्कैलप्स है जो कि वेरी हेल्दी है विद टमाटिलो चटनी. So that is what we have given a new face of Indian. Plus we have authentic Indian food like saag paneer, chicken tikka masala, goat curry. Because Indian crowd भी आता है जो usually ये चीज़ खाने को पसंद करता है. But at the same time they get the experience of trying different seafood like scallops, calamari and तंदूरी मछली वगैरह जो हम एक डिफरेंट वे में प्रेजेंट करते हैं डिफरेंट चटनियों के साथ में. यही मैंने नोटिस किया कि चटनी ਜਿਹੜੀ प्लम चटनी सीगी या मैंगो चटनी है बहुत ही डिफरेंट है एंड फ्यूजन एलिमेंट जो है वो खाने में प्रेजेंट है. तो जो ये फ्यूजन इंडियन है, इंडियंस जो न्यूयॉर्क में है उन्होंने कैसे रिएक्ट किया है इसके साथ? अच्छा, उसका रीज़न मैं बोलूँगा नहीं कि जो रेसिपी वाइज है उसमें तो हमारा फ्यूजन नहीं है. जो रेसिपीज़ है जैसे हमारे गरम मसाले, योगर्ट में, दही में गरम मसाला, जिंजर गार्लिक, चिली पाउडर वगैरह में जो मैरिनेशन होता है उसमें हमने इतनी चेंजेस की नहीं है. वो ऑथेंटिक ही है, बल्कि हमने मसाले हल्का यूज़ करते हैं हम यहाँ पर. और दूसरा क्या है कि हमारे इधर जैसे ग्रेवियों में भी जैसे कि बटर और क्रीम का जो सब्जियों में है वो हमारा बिल्कुल इस्तेमाल नहीं होता है. जैसे घर का खाना होता है, सब्जियां बनती हैं, वैसे ही हमने यहाँ पर देने की कोशिश की है. हाँ, और जो न्यूयॉर्क ने जैसे मैं बोल रहा था जो फ्यूजन है वो हमने प्रेजेंटेशन उसकी की है. थोड़ी से हमने जैसे कि तंदूरी चिकन के साथ में, और या चिकन ब्रेस्ट है जो हमने सैफरन और कार्डमम के फ्लेवर दिया है तंदूर में, उसके साथ थोड़ी हमने अच्छी प्रेजेंटेशन सैलेड की है. उसके साथ हमने एस्पैरागस दिया हुआ है जो बड़ा हेल्दी ग्रीन. सो डैट इज़ वो क्या जो बेसिकली एक इंडियन भी खा सकता है और एक गोरे के लिए भी एक नई चीज़ होती है जो ग्रेवियों से थोड़ा दूर रहना चाहते हैं. बिल्कुल. और शेफ आपने जिस तरह मैं व्यूअर्स ਨੂੰ ਵੀ ਦੱਸ ਰਹੀ ਸੀ कि आपने बहुत सारे न्यूयॉर्क सिटी के बहुत फेमस रेस्टोरेंट्स को भी खोला है और फिर आपने एसोसिएट किया अपने आप को बनारस के साथ और आपने बनारस की भी ओपनिंग की है. तो व्हाट मेड यू कम एंड टेक अप द प्रोजेक्ट बनारस? द रीज़न इज़ फैक्ट, मैंने टैमरिन खोले हैं दोनों. जो सबसे पहले हमने 2001 में टैमरिन खोला था मिस्टर वालिया के साथ में 22nd स्ट्रीट में, पार्क एवेन्यू में. फिर हमने सेकंड वाला भी खोला, दैट वाज 2010 में टैमरिन ट्रावेका. सो वहाँ पर भी आप देखें, वहाँ पर भी हमने बड़ा इनोवेटिव कुजीन किया हुआ है प्लस इंडियन के साथ में, इंडियन कुजीन के साथ में. तो क्या होता है कि अभी मेरे को हमेशा एक ओपनिंग चाहिए होता है ताकि मैं नई चीज़ें ला सकूँ. तो एक रेस्टोरेंट में एक स्टैग्नेंट पॉइंट आ जाता है करने के लिए. तो दैट इज़ वन ऑफ द रीज़न एक सेकंड टैमरिन खोला था ताकि हम कुछ और कर सकें. उसके बाद मैंने कुछ अपना प्रोजेक्ट ट्राई किया था. आई डिडंट लीव टैमरिन फॉर सम अदर जॉब. आई जस्ट टैमरिन खोला था, मैंने अपना एक प्रोजेक्ट बनाया था. अनफॉर्चुनेटली वो सक्सीड नहीं हुआ. तो मेरे को बनारस की ऑफ़र आई थी एज एन एग्जीक्यूटिव शेफ़ एंड आई थॉट कि और भी एक अच्छा है. तो यहाँ पर भी मैंने काफ़ी चीज़ें नई पेश की है, कुजीन. मुझे जो आपकी बातों से समझ आ रहा है वो ये है कि जो एक शेफ़ की क्रिएटिविटी होती है जब एक पॉइंट पे वो स्टैग्नेट कर जाती है तो आप अपने विंग स्प्रेड करके और क्रिएटिविटी करना चाहते हो. सो आई एम श्योर कि वो सारी क्रिएटिविटी हमें बनारस में देखने को मिलेगी और जिस तरह आज मुझे देखने को मिली है आपका मेन्यू ट्राई आउट करके. तो अपने जस्ट पंजाबी के ऑडियंसेस के लिए आप क्या मैसेज देना चाहेंगे जब वो यहाँ पे आए, तो व्हाट शुड दे लुक फॉरवर्ड टू? हाँ, मैं तो कहता हूँ वो यहाँ पर आएँ, वो हमारा मेनू देखें जो कि काफ़ी चीज़ें अलग से हैं यहाँ पर. वो तो उनको मैंने जैसे समोसे हैं, कचौड़ी है हमारी, जो कचौड़ी भी हमने एक डिफरेंट वे में यहाँ प्रेजेंट की है. आलू की सब्ज़ी के साथ हम देते हैं इसको, कचौड़ी को. इवन हमारे इधर श्रिम्प है जिसको हम बोलते हैं करवारी झींगा बोलते हैं. इट्स फ्रॉम लाइक मैंगलोरी साइड. वो थोड़ी स्पाइसी श्रिम्प है जिसमें सूजी में लपेट के उसको सॉटे कर पाइनएप्पल चटनी के साथ देते हैं. तो ऐसी चीज़ें अलग से भी हैं. और रेगुलर जो हमारा समोसे हैं उनकी प्रेजेंटेशन देखिए, उनकी वो कीजिए, तो वो हमारा एक अलग ही स्टाइल है. बाकी ऑथेंटिसिटी इंडियन की है ही है. हाँ, तो मैं यही बोलूँगा जो इधर आए तो रेगुलर खाना भी जो है, जैसे को साग पनीर खाना है, चिकन टिक्का मसाला भी खाना है, लैम्ब भी खाना है, और विशेषकर यदि उनको इनसे हट के भी खाना पड़ेगा
कोई अलग चीज़ उनको ट्राई करनी है तो बहुत सारे आइटम हैं, जैसे मैंने बोला बैगनी माछ है, आमिया झींगा है जो जंबो श्रिम्प्स है, तंदूर में ग्रिल करते हैं और हम उसको मैंगो कोल्ड स्लॉ की तरह देते हैं। हाँ, सो बहुत सारी नई चीज़ें हैं। यदि आपको एक ही अंडर वन रूफ में आपको इंडियन का खाना भी ऑथेंटिक मिलेगा, प्लस उसके साथ आपको थोड़ा सा फ्यूजन कुजीन इन अ डिफरेंट वे में भी मिलेगा। सो दैट्स अ नाइस एक्सपीरियंस विच यू कैन गेन आउट हियर। I'm sure that will be a great experience and सारे ਜਿਹੜੀ audience सुन रहे ने, you heard them, it's going to be a great experience. Do try out Banaras. And Chef Peter, thank you so much for joining us on Just Punjabi and extending your warm hospitality to us here. Thank you so much. Thank you so much. ਹੁਣ ਅਸੀਂ ਗੱਲ ਕਰਦੇ ਹਾਂ ਮੈਨੂ ਤੇ ਪ੍ਰਾਈਸ ਬਾਰੇ। ਸਭ ਤੋਂ ਇੰਪੋਰਟੈਂਟ ਚੀਜ਼ ਕਈ ਲੋਕਾਂ ਦੇ ਲਈ ਹੁੰਦੀ ਹੈ ਪ੍ਰਾਈਸ। ਵਾਈਲ ਸਮ ਪੀਪਲ ਥਿੰਕ ਕਿ ਖਾਣਾ ਵਧੀਆ ਹੋਣਾ ਚਾਹੀਦਾ ਹੈ, ਦੂਜੇ ਲੋਕ ਇਹ ਵੀ ਸੋਚਦੇ ਨੇ ਕਿ ਵਧੀਆ ਖਾਣਾ ਤੇ ਠੀਕ ਹੈ ਬਟ ਉਹਦੀ ਪ੍ਰਾਈਸ ਕੀ ਹੈ। ਵੈਲ ਲੈਟਸ ਗੋ ਅਹੈਡ ਐਂਡ ਚੈੱਕ ਆਊਟ ਦ ਮੈਨੂ ਐਂਡ ਮੈਂ ਤੁਹਾਨੂੰ ਦੱਸਦੀ ਹਾਂ ਕਿ ਤੁਸੀਂ ਕੀ ਪੇ ਕਰੋਗੇ ਜੇ ਤੁਸੀਂ ਬਨਾਰਸ ਆ ਕੇ ਜਾਂ ਤੇ ਲੰਚ ਖਾਂਦੇ ਹੋ ਜਾਂ ਡਿਨਰ ਖਾਂਦੇ ਹੋ ਜਾਂ ਲੰਚ ਵਿਦ ਬਫੇ ਖਾਂਦੇ ਹੋ। ਵੈਲ ਆਈ ਸਟਾਰਟ ਵਿਦ ਦ ਬਫੇ। ਉਹਨਾਂ ਦੀ ਬਫੇ ਦੀ ਪ੍ਰਾਈਸ ਜਿਹੜੀ ਹੈ ਕਾਫੀ ਜ਼ਿਆਦਾ ਚੀਪ ਹੈਗੀ ਹੈ, ਅਫੋਰਡੇਬਲ ਹੈਗੀ ਹੈ ਫॉर ਦਿਸ ਪਾਰਟ ਆਫ ਦ ਨੇਬਰਹੁੱਡ, ਕਿਉਂਕਿ ਇਹ ਮਿਡ ਟਾਊਨ ਦੇ ਵਿੱਚ ਹੈ, ਵੈਰੀ ਵੈਰੀ ਕਲੋਜ਼ ਟੂ ਆਲ ਦ ਟੂਰਿਸਟ ਸਪॉट्स, be it Times Square, be it all the Broadway shows that happen in New York City. So buffet ਦਾ ਜਿਹੜਾ cost ਹੈ ਉਹ ਹੈ $12.95, ਜਿਹਦੇ ਵਿੱਚ ਤੁਹਾਨੂੰ 3 ਨਾਨ ਵੈਜੀਟੇਰੀਅਨ ਆਈਟਮਸ ਮਿਲਦੇ ਨੇ, 4 ਵੈਜੀਟੇਰੀਅਨ ਆਈਟਮਸ ਮਿਲਦੇ ਨੇ, ਨਾਲ ਹੀ ਨਾਲ ਮੇਨ ਕੋਰਸ ਵੀ ਹੈ। ਕਾਫੀ ਜ਼ਿਆਦਾ ਵੈਰਾਈਟੀ ਹੈ ਬਫੇ ਦੇ ਵਿੱਚ ਐਂਡ all that for $12.95. Well, we come to the take out menu. ਇੱਥੇ take out ਵੀ ਹੈਗਾ ਹੈ, ਤੁਸੀਂ order out ਵੀ ਕਰ ਸਕਦੇ ਹੋ ਐਂਡ ਉਹਦੇ ਲਈ ਇਹਨਾਂ ਕੋਲ ਇੱਕ ਪ੍ਰੀਫਿਕਸ ਮੈਨੂ ਹੈ ਜੋ ਕਿ ਸਿਰਫ ਟੇਕ ਆਊਟ ਦੇ ਲਈ ਹੈ। ਜੇ ਤੁਸੀਂ ਰੈਸਟੋਰੈਂਟ ਵਿੱਚ ਆ ਕੇ ਖਾਂਦੇ ਹੋ ਤੁਸੀਂ ਪ੍ਰੀਫਿਕਸ ਮੈਨੂ ਨਹੀਂ ਲੈ ਸਕਦੇ, ਬਟ ਦ ਪ੍ਰੀਫਿਕਸ ਮੈਨੂ ਕਮਸ ਐਟ $16 which is actually $15.95 plus tax। ਐਂਡ ਉਸ ਪ੍ਰੀਫਿਕਸ ਮੈਨੂ ਦੇ ਵਿੱਚ ਤੁਹਾਨੂੰ ਮਿਲਦਾ ਹੈ ਇੱਕ ਐਪੇਟਾਈਜ਼ਰ ਸਿਲੈਕਸ਼ਨ ਐਂਡ ਇੱਕ entree ਦੀ ਸਿਲੈਕਸ਼ਨ ਐਂਡ well, appetizers you have to choose from a list, and same as the entree you have to choose that from a list. So you pay $15.95 plus tax for the prefix menu je tusi take out karna chaਹੁੰਦੇ ਹੋ। Now we come to the dinner menu. Now dinner ਲਈ ਤੁਸੀਂ ਆਉਂਦੇ ਹੋ, ਫੈਮਿਲੀ ਵਿੱਚ ਆਉਂਦੇ ਹੋ, ਗਰੁੱਪ ਵਿੱਚ ਆਉਂਦੇ ਹੋ, ਇੱਥੇ ਆ ਕੇ ਬਹਿ ਕੇ ਖਾਂਦੇ ਹੋ। ਮੈਨੂ ਬਹੁਤ ਜ਼ਿਆਦਾ ਵਾਸਟ ਹੈਗਾ ਹੈ, ਕਾਫੀ ਜ਼ਿਆਦਾ ਵੈਰਾਈਟੀ ਹੈ ਮੈਨੂ ਦੇ ਵਿੱਚ। be it ਤੰਦੂਰੀ ਆਈਟਮਸ, they have a whole section of that, or be it ਮਟਨ ਜਿਹੜਾ ਗੋਟ ਮੀਟ ਹੁੰਦਾ ਹੈ ਜਾਂ ਲੈਂਬ ਹੈਗਾ ਹੈ ਜਾਂ ਚਿਕਨ ਹੈਗਾ ਹੈ, ਸਾਰੀ ਡਿਸ਼ਿਜ਼ ਇਹਨਾਂ ਦੇ ਕੋਲ ਨੇ, ਕੰਪਲੀਟ ਵਿਦ ਅ ਲੋਟ ਆਫ ਵੈਰਾਈਟੀ ਫॉर ਵੈਜੀਟੇਰੀਅਨ ਫੂਡ। ਐਂਡ ਜੇ ਅਸੀਂ ਪ੍ਰਾਈਸਿਸ ਡਿਸਕਸ ਕਰਦੇ ਹਾਂ ਤੇ ਜਿਹੜੀ ਨॉन ਵੈਜ ਆਈਟਮਸ ਨੇ that come to an average of $17 to $20, and ਜੇ ਤੁਸੀਂ vegetarian items order ਕਰਦੇ ਹੋ they are anywhere between $13 and $15। and ਜੇ ਤੁਸੀਂ ਇੱਕ ਗਰੁੱਪ ਵਿੱਚ ਆਉਂਦੇ ਹੋ ਜਿਹਦੇ ਵਿੱਚ ਤੁਸੀਂ ਸਿਰਫ ਖਾਣਾ order ਕਰਦੇ ਹੋ and drinks order ਨਹੀਂ ਕਰਦੇ ਤੇ you spend anywhere between $25 to $30 per head in the group। so पोर्शनस काफ़ी वधिया ने इत्थे दे एंड एक ग्रुप विच आंदे हो $25 to $30 जे तुसी इस नेबरहुड दे लई स्पेंड करदे हो विच इज़ मिड टाउन मैनहैटन। इट्स नॉट अ बैड डील आफ्टर ऑल। खाना बहुत ही वधिया है एंड मैन्यू भी काफ़ी ज़्यादा वैरायटी है मैन्यू दे विच एंड द स्टाफ इज़ वेरी हेल्पफुल। सो इफ यू नीड हेल्प विद द मैन्यू डिसाइडिंग कि तुसी की खाना चाहुंदे हो तुसी स्टाफ नूं पुछ सकदे हो। दे वेरी नॉलेजेबल एंड वेरी हेल्पफुल। सो यू आर स्पेंडिंग समवेयर बिटवीन $25 to $30 on a dinner। ਤੇ ਇਹ ਸੀਗਾ ਰੈਸਟੋਰੈਂਟ ਰਿਵਿਊ ਆਫ ਦ ਬਨਾਰਸ ਰੈਸਟੋਰੈਂਟ ਇਨ ਮੈਨਹੈਟਨ, ਜਿਸ ਤਰ੍ਹਾਂ ਮੈਂ ਕਿਹਾ ਸੀ 56 ਸਟਰੀਟ ਤੇ ਹੈ ਬਿਟਵੀਨ 7th and 8th ਐਵੇਨਿਊ ਇਨ ਨਿਊਯਾਰਕ ਸਿਟੀ। ਕੋਈ ਵੀ ਸਵਾਲ ਨੇ ਰੈਸਟੋਰੈਂਟ ਰਿਵਿਊ ਦੇ ਬਾਰੇ ਜਾਂ ਕੋਈ ਵੀ ਰੈਸਟੋਰੈਂਟ ਤੁਸੀਂ ਰეკਮੈਂਡ ਕਰਨਾ ਚਾਹੁੰਦੇ ਹੋ ਪਲੀਜ਼ ਡੂ ਰਾਈਟ ਟੂ ਮੀ ਐਟ madhvi@justbroadcasting.com ਜਾਂ ਫਿਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ at 718-752-9290। Thank you all for joining me and ਅਗਲੇ ਹਫਤੇ I'll be back with a new restaurant review. Until then ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।